ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਸਰੀਰ ਦੀ ਕਾਇਆ ਅਰੋਗ ਹੋਈ, ਚੇਚਕ ਦੇ ਰੋਗ ਤੋਂ ਉਭਰੇ ਤਾਂ ਪੰਜਵੇਂ ਪਾਤਸ਼ਾਹ ਨੇ ਨਿਰੰਕਾਰ ਅਕਾਲ ਪੁਰਖ ਜੀ ਦੇ ਸ਼ੁਕਰਾਨੇ ਵਜੋਂ ਇਹ ਪਵਿੱਤਰ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 819 ਤੇ 820 ਅੰਗ ਤੇ ਸੁਭਾਏਮਾਨ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ। ਮਹਾਰਾਜ ਜੀ, ਤੁਸੀਂ ਆਪਣੇ ਬਾਲਕ ਨੂੰ ਆਪ ਰੱਖਿਆ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਹੇ ਪਾਰ ਬ੍ਰਹਮ ਗੁਰਦੇਵ ਜੀ ਤੁਸੀਂ ਆਪ ਕੀਤੀ ਹੈ, ਆਪ ਰੱਖਿਆ। ਤੁਸੀਂ ਰੱਖਣਹਾਰ ਹੋ ਮਹਾਰਾਜ, ਰਖਵਾਲੇ ਹੋ ਦਾਤਾ ਜੀ। ਤੁਸੀਂ ਆਪਣੇ ਬਾਲਕਾਂ ਨੂੰ ਆਪ ਰੱਖਿਆ। ਇੱਦਾਂ ਵੀ ਕਹਿ ਸਕਦੇ ਹਾਂ ਮਹਾਰਾਜ ਆਪਣੇ ਬਾਲਕਾਂ ਨੂੰ ਤੁਸੀਂ ਆਪ ਰੱਖਿਆ ਹੇ ਪਾਰ ਬ੍ਰਹਮ ਗੁਰਦੇਵ ਜੀ। ਸੁਖ ਸ਼ਾਂਤ ਸਹਿਜ ਆਨੰਦ ਭੈ, ਪੂਰਨ ਭਏ ਸੇਵ। ਮੇਰੇ ਹਿਰਦੇ ਨੂੰ ਸੁਖ ਸਹਿਜ ਤੇ ਘਣਾ ਆਨੰਦ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤਾ। ਸੁਖ ਸਹਿਜ ਜਿਹਨੂੰ ਟਿਕਾ ਦੀ ਅਵਸਥਾ ਕਹਿੰਦੇ ਹੈ, ਆਨੰਦ ਔਰ ਜਿਹੜੀ ਮੇਰੀ ਸੇਵਾ ਸੀ ਉਹ ਪੂਰਨ ਪਈ। ਏਦਾਂ ਕਹਿ ਸਕਦੇ ਹਾਂ ਵੀ ਮੇਰੀ ਪੂਰੀ ਪਈ ਹੈ ਘਾਲਣਾ। ਜਦੋਂ ਤੁਸੀਂ ਤਰਸ ਕੀਤਾ, ਦਇਆ ਕੀਤੀ ਤਾਂ ਮੇਰੀ ਘਾਲਣਾ ਪੂਰਨ ਹੋ ਗਈ। ਗੁਰਸਿੱਖ ਘਾਲਣਾ ਘਾਲਦਾ ਇਹ ਇੱਛਾ ਰੱਖ ਕੇ ਨਹੀਂ ਕਿ ਮੈਂ ਘਾਲਣਾ ਘਾਲਦਾ ਤੇ ਇਹਦਾ ਫਲ ਮਿਲੇਗਾ। ਗੁਰਸਿੱਖ ਘਾਲਣਾ ਘਾਲਦਾ ਇਹ ਭਾਵਨਾ ਰੱਖ ਕੇ ਕਿ ਕਦੇ ਤਾਂ ਸਤਿਗੁਰੂ ਸਾਡੇ ਤੇ ਤਰਸ ਕਰਕੇ ਵੇਖਣਗੇ ਤੇ ਘਾਲਣਾ ਪੂਰਨ ਹੋ ਜਾਏਗੀ, ਥਾਂ ਪੈ ਜਾਏਗੀ। ਕਹਿੰਦੇ ਮੇਰੀ ਸੇਵਾ ਪੂਰਨ ਪਈ ਹੈ ਜਿਸ ਦਿਨ ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸੇਵਾ ਕੀਤੀ। ਰਹਾਉ ਭਗਤ ਜਨਾਂ ਕੀ ਬੇਨਤੀ, ਸੁਣੀ ਪ੍ਰਭ ਆਪ। ਆਪਣੇ ਭਗਤ ਜਨਾਂ ਦੀ ਬੇਨਤੀ ਨੂੰ ਪ੍ਰਭੂ ਨੇ ਆਪ ਸੁਣਿਆ। ਖੁਦ ਉਹ ਆਪ ਸੁਣਦਾ ਹੈ। ਆਪਣੇ ਭਗਤਾਂ ਵੱਲੋਂ ਕੀਤੀ ਪੁਕਾਰ ਨੂੰ ਆਪ ਸੁਣਦਾ ਹੈ। ਆਪਣੇ ਭਗਤਾਂ ਵੱਲੋਂ ਕੀਤੀ ਬੇਨਤੀ ਨੂੰ ਆਪ ਸਰਵਣ ਕਰਦਾ ਹੈ। ਤੋ ਆਪਣੇ ਭਗਤ ਜਨਾਂ ਦੀ ਬੇਨਤੀ ਨੂੰ ਮੇਰੇ ਪ੍ਰਭੂ ਨੇ ਵਾਹਿਗੁਰੂ ਨੇ ਆਪ ਸੁਣਿਆ ਹੈ। ਰੋਗ ਮਿਟਾਏ ਜੀਵਾਲਿਆਨ, ਜਾ ਕਾ ਵੜ ਪ੍ਰਤਾਪ। ਸ਼੍ਰੀ ਹਰਗੋਬਿੰਦ ਸਾਹਿਬ ਦੇ ਸਰੀਰ ਤੇ ਆਇਆ ਹੋਇਆ ਜਿਹੜਾ ਰੋਗ ਸੀ ਉਹਨੂੰ ਮਿਟਾ ਦਿੱਤਾ ਔਰ ਗੁਰਦੇਵ ਨੇ ਜੀਵਨ ਦਾਨ ਦੇ ਦਿੱਤਾ। ਐਸੇ ਸਾਹਿਬ ਨੇ ਜਿਨ੍ਹਾਂ ਦਾ ਪ੍ਰਤਾਪ ਬੜਾ ਵੱਡਾ ਹੈ। ਤੇ ਜਦੋਂ ਆਪਣੇ ਪ੍ਰਤੀ ਇਹ ਪਾਵਨ ਪੰਕਤੀਆਂ ਵਿਚਾਰਨੀਆਂ ਨੇ, ਕਿਉਂਕਿ ਸਾਰਿਆਂ ਵਾਸਤੇ ਗੁਰਦੇਵ ਦੇ ਬਚਨ ਸਾਂਝੇ ਨੇ, ਆਪਣੇ ਸੇਵਕਾਂ ਦੇ ਰੋਗਾਂ ਨੂੰ ਮਿਟਾ ਕੇ, ਸਭ ਤੋਂ ਵੱਡਾ ਰੋਗ ਹੈ ਹਉਮੈ ਦਾ ਦੀਰਘ ਰੋਗ। ਇਸ ਹਉਮੈ ਦੇ ਦੀਰਘ ਰੋਗ ਨੂੰ ਮਿਟਾ ਕੇ ਸਤਿਗੁਰੂ ਜੀ ਨੇ ਸਾਨੂੰ ਅਸਲ ਵਿੱਚ ਜੀਵਨ ਦਾਨ ਦੇ ਦਿੱਤਾ।
ਦੱਸ ਦਿੱਤਾ ਹੈ ਕਿ ਜੀਵਨ ਅਸਲ ਵਿੱਚ ਹੁੰਦਾ ਕੀ ਹੈ। ਐਸੇ ਸਾਹਿਬ ਜਿਸ ਦਾ ਪ੍ਰਤਾਪ ਬੜਾ ਵੱਡਾ ਹੈ। ਸਤਿਗੁਰੂ ਜੀ ਦਾ ਪ੍ਰਤਾਪ ਵੱਡਿਆਂ ਤੋਂ ਵੱਡਾ ਹੈ। ਦੁਖ ਹਮਾਰੇ ਬਖਸ਼ਿਆਨ ਆਪਣੇ ਕਲ ਧਾਰੇ। ਮਹਾਰਾਜ ਜੀ ਨੇ ਤਰਸ ਕਰਕੇ, ਦਇਆ ਕਰਕੇ ਸਾਡੇ ਦੋਸ਼ ਬਖਸ਼ ਦਿੱਤੇ ਨੇ। ਸਾਡੇ ਦੋਸ਼ ਬਖਸ਼ ਦਿੱਤੇ ਨੇ। ਆਪਣੀ ਕਲਾ ਧਾਰੀ ਹੈ, ਆਪਣੀ ਸ਼ਕਤੀ ਧਾਰੀ ਹੈ, ਆਪਣੇ ਬਿਰਦ ਦੀ ਸੰਭਾਲ ਕੀਤੀ ਹੈ। ਸਾਡੇ ਜਿੰਨੇ ਦੋਸ਼ ਸੀ, ਜਿਤਨੇ ਗੁਨਾਹ ਸੀ, ਸਾਡੇ ਅੰਦਰ ਜਿਤਨੀਆਂ ਖਾਮੀਆਂ ਸਨ, ਉਹ ਸਾਰੇ ਦੇ ਸਾਰੇ ਦੋਸ਼ ਮੇਰੇ ਸਾਹਿਬ ਜੀ ਨੇ ਤਰਸ ਕਰਕੇ ਸਾਡੇ ਦੂਰ ਕਰ ਦਿੱਤੇ ਨੇ, ਸਾਨੂੰ ਬਖਸ਼ ਲਿਆ। ਸਤਿਗੁਰਾਂ ਵਰਗਾ ਕੋਈ ਬਖਸ਼ੰਦ ਨਹੀਂ ਤੇ ਸਾਡੇ ਵਰਗਾ ਕੋਈ ਗੁਨਹਗਾਰ ਨਹੀਂ। ਮਹਾਰਾਜ, ਮੇਰੇ ਵਰਗਾ ਕੋਈ ਗੁਨਹਗਾਰ ਨਹੀਂ, ਤੇਰੇ ਜੈਸਾ ਬਖਸ਼ੰਦ ਨਹੀਂ, ਮੇਰੇ ਜਿਹਾ ਕਿਰਤ ਕਣ ਨਹੀਂ ਤੇ ਤੇਰੇ ਵਰਗਾ ਅਕਿਰਤ ਕਣਾਂ ਨੂੰ ਪਾਲਣ ਵਾਲਾ ਦੂਜਾ ਨਹੀਂ। ਮੇਰੇ ਜਿਹਾ ਭਿਖਾਰੀ ਨਹੀਂ ਤੇ ਤੇਰੇ ਜਿਹਾ ਦਾਤਾ ਨਹੀਂ, ਮੇਰੇ ਜਿਹਾ ਅਨਾਥ ਨਹੀਂ ਤੇ ਤੇਰੇ ਜਿਹਾ ਨਾਥ ਨਹੀਂ। ਐਸੇ ਸਾਹਿਬ ਨੇ ਤਰਸ ਕੀਤਾ ਹੈ, ਦਇਆ ਕੀਤੀ ਹੈ, ਸਾਡੇ ਦੋਸ਼ ਬਖਸ਼ ਦਿੱਤੇ ਨੇ। ਆਪਣੀ ਕਲਾ ਧਾਰੀ ਹੈ। ਮਾਨ ਬਾਂਛਤ ਫਲ ਦਿੱਤੇ ਅਨ ਨਾਨਕ ਬਲਿਹਾਰੇ। ਜੋ ਮੈਨੂੰ ਮਨ 'ਚ ਮੈਂ ਇੱਛਾ ਕੀਤੀ ਸੀ, ਚਾਹੀਦਾ ਸੀ, ਮਨ ਬਾਂਛਤ ਫਲ ਮੇਰੇ ਸਾਹਿਬ ਨੇ ਮੈਨੂੰ ਦੇ ਦਿੱਤੇ ਨੇ। ਮੈਂ ਆਪਣੇ ਐਸੇ ਸਾਹਿਬ ਤੋਂ ਬਲਿਹਾਰ ਜਾਵਾਂ, ਆਪਣੇ ਐਸੇ ਸਾਹਿਬ ਤੋਂ ਵਾਰੇ ਵਾਰੇ ਜਾਵਾਂ ਜਿਸ ਨੇ ਸਾਨੂੰ ਮਨ ਬਾਂਛਤ ਫਲ ਦੇ ਦਿੱਤੇ ਨੇ। ਜੋ ਮੈਂ ਮਨ 'ਚ ਸੋਚਿਆ ਸੀ ਉਹ ਦੇ ਦਿੱਤਾ। ਕਈ ਵਾਰ ਐਸਾ ਗੁਰਸਿੱਖ ਦੱਸਦੇ ਆ ਵੀ ਹੁੰਦਾ ਸਾਡੇ ਨਾਲ ਕਿ ਅਸੀਂ ਹੁਣ ਸੋਚਿਆ ਸੀ, ਚਿਤਵਿਆ ਸੀ ਵੀ ਇਹ ਮਿਲ ਜਾਏ, ਕਹਿੰਦੇ ਨਾਲ ਹੀ ਕਾਂਖਾ, ਨਾਲ ਹੀ ਕਾਮਨਾ ਪੂਰਨ ਹੋ ਗਈ, ਝਟ ਮਿਲ ਗਿਆ। ਫੁਰਨਾ ਹੀ ਕੀਤਾ ਸੀ, ਸੰਕਲਪ ਹੀ ਕੀਤਾ ਸੀ, ਪੂਰਾ ਹੋ ਗਿਆ। ਏਦਾਂ ਹੁੰਦਾ ਹੈ ਜਦੋਂ ਕੋਈ ਸਾਧਕ ਸਾਧਨਾ ਕਰਦਾ। ਪਰ ਜੇ ਕੋਈ ਇੱਥੇ ਹੀ ਉਲਝ ਜਾਏ, ਉਹ ਨਾਲੋਂ ਨਾਲ ਸਮਾਪਤ ਕਰਦਾ ਚੱਲਿਆ ਜਾਂਦਾ। ਸਭ ਕੁਝ ਜਿੰਨਾ ਕੁ ਕੀਤਾ ਨਾਲ ਹੀ ਖਾ ਲਿਆ। ਪਰ ਸਾਧਕ ਉਹ ਹੈ ਜਿਹੜਾ ਸਾਧਨਾ ਕਰਦਾ ਕਰਦਾ ਮਨ ਦੇ ਫੁਰਨਿਆਂ, ਸੰਕਲਪਾਂ, ਵਿਕਲਪਾਂ, ਕਾਮਨਾਵਾਂ ਨੂੰ ਸ਼ਾਂਤ ਕਰਦਾ ਅੱਗੇ ਵੱਧਦਾ ਚਲਿਆ ਜਾਏ। ਇੱਕ ਦਿਨ ਐਸਾ ਆਉਂਦਾ ਜਿਸ ਦਿਨ ਕੋਈ ਵੀ ਕਾਮਨਾ ਨਾ ਰਹਿ ਕੇ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ। ਕੋਈ ਵੀ ਕਾਮਨਾ ਨਾ ਰਹਿ ਕੇ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ, ਯਾਨੀ ਕਿ ਸਾਰੀਆਂ ਇੱਛਾਵਾਂ ਸਮਾਪਤ ਹੋ ਜਾਂਦੀਆਂ ਨੇ। ਇਹ ਵੀ ਕਾਮਨਾ ਦੀ ਪੂਰਤੀ ਹੈ। ਤੋ ਮੇਰੇ ਸਾਹਿਬ ਨੇ ਮੈਨੂੰ ਮਨ ਬਾਂਛਤ ਫਲ ਦੇ ਦਿੱਤੇ ਨੇ, ਤੇ ਜਿਸ ਸਾਹਿਬ ਨੇ ਮੈਨੂੰ ਮਨ ਬਾਂਛਤ ਫਲ ਦਿੱਤੇ ਨੇ, ਮਹਾਰਾਜ ਜੀ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ, ਉਹਦੇ ਤੋਂ ਵਾਰੇ ਵਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਇਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ, ਜੋ ਗੁਰੂ ਕਰੁਣਾ ਨਾਲ ਆਪਾਂ ਵਿਚਾਰੇ ਨੇ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਨੂੰ, ਉਹਨਾਂ ਦੇ ਨਾਲ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਕੋਟि ਕੋਟि ਪ੍ਰਣਾਮ ਹੈ, ਨਮਸਕਾਰ ਹੈ। ਸਾਧ ਸੰਗਤ ਜੀ, ਬੇਨਤੀ ਹੈ, ਅੱਜ ਮੱਸਿਆ ਦਾ ਦਿਨ ਹੈ। ਤਕਰੀਬਨ 10 ਵਜੇ ਨਾਲ ਖੰਡੇ ਦੀ ਪੌਲ ਤਿਆਰ ਹੋਵੇਗੀ। ਜਿਨ੍ਹਾਂ ਮਾਈਆਂ ਭਾਈਆਂ ਨੇ ਹਾਲੇ ਖੰਡੇ ਦੀ ਪੌਲ ਨਹੀਂ ਛਕੀ, ਉਹ ਖੰਡੇ ਦੀ ਪੌਲ ਛਕੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੋ। ਦੂਸਰੀ ਬੇਨਤੀ ਹੈ ਕਿ 8 ਦਸੰਬਰ ਨੂੰ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਸ ਦੇ ਸਬੰਧ ਵਿੱਚ 7 ਤਰੀਕ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਨਗਰ ਕੀਰਤਨ ਪ੍ਰਾਰੰਭ ਹੋਣਗੇ। ਔਰ ਉਹ ਨਗਰ ਕੀਰਤਨ ਸ਼ਹਿਰ ਦੇ ਬਾਜ਼ਾਰਾਂ 'ਚੋਂ ਹੁੰਦਿਆਂ ਸ਼ਾਮ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਮਾਪਤ ਹੋਣਗੇ। ਉਪਰੰਤ ਕਵੀ ਦਰਬਾਰ ਸਜਣਗੇ। ਅਗਲੇ ਦਿਨ 8 ਤਰੀਕ ਨੂੰ ਸੁਬਾਹ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਭਰਨਗੇ।
ਦਿਨ ਵੇਲੇ ਢਾਡੀ ਦਰਬਾਰ ਹੋਣਗੇ। ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਸਮਾਗਮ ਹੋਣਗੇ। ਆਪ ਜੀ ਨੇ ਇਹਨਾਂ ਸਾਰਿਆਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ। ਗੁਰਦੇਵ ਦੇ ਚਰਨਾਂ ਵਿੱਚ ਮਹਾਰਾਜ ਜੀ ਦੀ ਸ਼ਹਾਦਤ ਨੂੰ ਆਪਣੀ ਸ਼ਰਧਾ, ਆਪਣਾ ਸਤਿਕਾਰ ਭੇਟ ਕਰਨਾ ਜੀ, ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।